साडी जमहूरियत बहाल करो, बहाल करो। सिक्खां नाल इंसाफ करो, इंसाफ करो, इंसाफ करो, सिक्खां नाल इंसाफ करो, इंसाफ करो, इंसाफ करो। बोले सो निहाल। सत श्री अकाल। प्रधान की चोन हो रही है। एक पासे बीबी जगीर कौर जी ਜਿਹੜੇ ਡਟ ਗਏ ਨੇ, ਦੂਸਰੇ ਪਾਸੇ ਤੁਸੀਂ ਇੱਥੇ ਆਏ ਹੋ ਲੇਕਿਨ ਪ੍ਰਸ਼ਾਸਨ ਜਿਹੜਾ ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦੇ ਰਿਹਾ। ਕੀ ਕਹਿਣਾ ਚਾਹੋਗੇ ਤੁਸੀਂ? ਇਹ ਬਿਲਕੁਲ ਇੱਕ ਪਖੰਡ ਤੇ ਝੂਠ ਹੈ। ਇਹ ਕੋਈ ਚੋਣ ਨਹੀਂ ਹੈਗਾ। 11 ਸਾਲ ਹੋ ਗਏ ਹੈ। ਗੁਰੂ ਸਾਹਿਬ ਨੇ 21 ਵਿਸਵੇ ਸੰਗਤ ਨੂੰ ਦਿੱਤੇ ਸੀ, 20 ਵਿਸਵੇ ਆਪਣੇ ਵਾਸਤੇ ਰੱਖੇ ਸੀਗੇ। ਅੱਜ ਜਮਹੂਰੀਅਤ ਸਾਡੀ ਭੰਗ ਕੀਤੀ ਹੋਈ ਹੈ। ਜਿਹੜਾ ਸਿੱਖ ਗੁਰਦੁਆਰਾ ਐਕਟ ਹੈ 1925 ਦਾ, ਉਹਦੇ ਵਿੱਚ 5 ਸਾਲ ਇਹਨਾਂ ਦੀ ਲਿਮਿਟ ਦਿੱਤੀ ਹੋਈ ਹੈ। 5 ਸਾਲ ਬਾਅਦ ਇਹ ਬਿਲਕੁਲ ਭੰਗ ਹੋਣੀ ਚਾਹੀਦੀ ਹੈ ਕਮੇਟੀ। ਇਹ ਫਤਵਾ ਸੰਗਤ ਤੋਂ ਲਿੱਤਾ ਜਾਣਾ ਚਾਹੀਦਾ ਹੈਗਾ। ਅੱਜ ਇਹ 11ਵੀਂ ਵਾਰੀ ਆਪਣੇ ਪ੍ਰਧਾਨਗੀ ਦਾ ਕਹਿੰਦੇ ਆ ਚੋਣ ਕਰ ਰਹੇ ਆ, ਪਰ ਇਹ ਕੌਣ ਚੋਣ ਕਰ ਰਿਹਾ ਹੈ? ਇਹ ਸੰਗਤ ਤੋਂ ਫਤਵਾ ਕਦੋਂ ਲਿੱਤਾ ਹੈ? ਇਹ ਜਦ ਫਤਵਾ ਹੀ ਖਤਮ ਹੋ ਗਿਆ ਤਾਂ ਕੀ ਚੋਣ ਹੈ? ਇਹ ਤਾਂ ਬਨੌਟੀ ਇਹਨਾਂ ਨੇ ਇੱਥੇ ਇੱਕ ਹਾਲ ਬਣਾਇਆ ਹੋਇਆ। ਅੱਖਾਂ 'ਚ ਧੂੜ ਪਾਣ ਨੂੰ ਬੈਠੇ ਆ ਕਿ ਚੋਣ ਕਰਾਤਾ ਜੀ, ਚੋਣ ਕਰਾਤਾ। ਕਿਹੜਾ ਚੋਣ ਕਰਾਇਆ? ਆਪਸ ਦੇ ਵਿੱਚ ਚੋਰ ਮਿਲ ਕੇ ਇੱਕ ਵੱਡਾ ਚੋਰ ਅੱਗੇ ਰੱਖ ਦਿੰਦੇ ਆ ਤੇ ਕਹਿੰਦੇ ਜੀ ਚੋਣ ਹੋ ਗਿਆ। ਜਾ ਕੇ ਸੰਗਤ ਦੇ ਸਾਹਮਣੇ ਤੁਸੀਂ ਖੜੇ ਹੋ, ਸੰਗਤ ਤੋਂ ਤੁਸੀਂ ਵੋਟ ਮੰਗੋ, ਸੰਗਤ ਰਾਹੀਂ ਤੁਸੀਂ ਬਣੋ ਤੇ ਇੱਥੇ ਇਕੱਠੇ ਹੋ ਕੇ ਆਪਸ ਦੇ ਵਿੱਚ ਪੁਲਿਸ ਦੇ ਘੇਰੇ 'ਚ ਬੈਠ ਕੇ ਇੱਥੇ ਦੀਆਂ ਲੁੱਟਾਂ ਖੋਹਾਂ ਕਰਕੇ 328 ਸਰੂਪ ਗਾਇਬ ਹੋ ਗਏ। 10 ਕਰੋੜ ਉਹ ਕੋਹਲੀ ਨੂੰ ਦੇਤਾ, ਆਡੀਟਰ ਨੂੰ, ਜਿਹਨੇ ਕੋਈ ਕੰਮ ਹੀ ਨਹੀਂ ਕੀਤਾ। ਇੱਥੇ 90 ਲੱਖ ਤੁਸੀਂ ਡੇਰਾ ਸਰਸੇ ਵਾਲੇ ਦੇ ਸਫਾਈ ਵਾਸਤੇ ਤੁਸੀਂ ਪੋਸਟਰ ਛਪਾਤੇ। ਸਾਰਾ ਗੁਰੂ ਘਰ ਦਾ ਤਨ ਲੁੱਟੀ ਜਾਂਦੇ ਹੋ। ਇੱਥੇ ਕੋਈ ਅਖਬਾਰ ਨਹੀਂ ਚਲਾਉਂਦੇ, ਕੋਈ ਟੀਵੀ ਨਹੀਂ ਚਲਾਉਂਦੇ। ਸਾਰੇ ਹੱਕ ਪੀਟੀਸੀ ਚੈਨਲ ਨੂੰ ਦਿੱਤੇ ਹੋਏ ਆ। ਇੰਨੀ ਲੁੱਟ ਖੋਹ ਤੁਸੀਂ ਮਚਾਈ ਹੋਈ ਹੈ। ਤੇ ਜਿਹੜਾ ਸੈਂਟਰ ਹੈ ਮੌਜਾਂ ਕਰਦਾ ਹੈ, ਜਿਵੇਂ ਡੇਰੇ ਸਾਹਿਬ ਨੂੰ ਆਪਣੇ ਸਕੰਜੇ 'ਚ ਲੈ ਕੇ ਅਦਾਲਤਾਂ 'ਚੋਂ ਕਦੀ ਪ੍ਰਬੋਲ ਦਾ ਦਿੰਦਾ ਹੈ, ਕਦੀ ਅੰਦਰ ਲੈ ਜਾਂਦਾ ਹੈਗਾ, ਚੋਣਾਂ ਆਪਣੇ ਮਤਲਬ ਦੀਆਂ ਕਰਾਉਂਦਾ ਹੈਗਾ। ਉਸੇ ਤਰ੍ਹਾਂ ਇਹ ਮਹੰਤਾਂ ਨੂੰ ਉਰੇ ਇਕੱਠਾ ਕੀਤਾ ਹੋਇਆ, ਜਿਹੜੇ ਸੰਗਤ ਤੋਂ ਫਤਵਾ ਨਹੀਂ ਲੈਂਦੇ, ਪਰ ਕਿਉਂਕਿ ਹੋਮ ਮਿਨਿਸਟਰੀ ਇਹਦੀ ਚੋਣ ਨਹੀਂ ਕਰਾਉਂਦੇ, ਇਹਨਾਂ ਦੇ ਆਪਸ ਦੇ ਵਿੱਚ ਕੋਲ ਪਾਈ ਜਾਂਦੇ ਆ। ਇੱਕ ਪਾਸੇ ਬੀਬੀ ਜਗੀਰ ਕੌਰ ਨਰਿੰਦਰ ਮੋਦੀ ਨੂੰ ਮਿਲੀ ਹੈ, ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸਪਸ਼ਟ ਉਹਦੇ ਬਿਆਨ ਹੋਏ ਆ ਕਿ ਬੀਜੇਪੀ ਆਰਐਸਐਸ ਤੇ ਸਾਡਾ ਇੱਕ ਪਰਿਵਾਰਕ ਰਿਸ਼ਤਾ ਹੈ। ਅੱਜ ਪਰਿਵਾਰ 'ਚ ਗਿੱਠਮਿੱਠ ਹੋਈ ਹੈ, ਕੋਈ ਖਿੱਟਪਿੱਟ ਹੋਈ ਹੈ ਔਰ ਕੱਲ ਗਿੱਠਮਿੱਠ ਹੋ ਜੂਗੀ। ਇਹ ਸਾਰੇ ਉਸੀ ਬੀਜੇਪੀ ਆਰਐਸਐਸ ਸੈਂਟਰ, ਹੋਮ ਮਿਨਿਸਟਰੀ ਔਰ ਭਾਰਤ ਸਰਕਾਰ ਦੇ ਨੁਮਾਇੰਦੇ ਹੈਗੇ ਆ, ਉਹਨਾਂ ਦੇ ਦਿਸ਼ਾ ਤੇ ਚੱਲਦੇ ਹੈਗੇ ਆ। ਤੇ ਸਾਡੇ ਗੁਰੂ ਘਰਾਂ ਦੀ ਲੁੱਟ ਤੇ ਖੋਹ ਤੇ ਸਾਡੇ ਗੁਰੂ ਘਰਾਂ ਦੇ ਖਜ਼ਾਨੇ, ਸਾਡੇ ਗੁਰੂ ਘਰਾਂ ਦਾ ਪ੍ਰਚਾਰ, ਸਾਡੇ ਗੁਰੂ ਘਰਾਂ ਦੀ ਜਿਹੜੇ ਗੁਰਦੁਆਰੇ ਪਿੰਡਾਂ 'ਚ ਉਹਨਾਂ ਦੀ ਦੇਖ ਰੇਖ, ਇਹਨਾਂ ਨੇ ਸਾਰੀਆਂ ਲੁੱਟਾਂ ਪਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਜ਼ਮੀਨਾਂ ਗੁਰੂ ਘਰ ਦੀਆਂ ਕੱਟ ਰੇਟਾਂ ਤੇ ਦਿੱਤੀਆਂ ਹੋਈਆਂ। ਗੁਰੂ ਕੀ ਗੋਲਕ ਇਹਨਾਂ ਦਾ ਮੂੰਹ ਬਣੀਆਂ ਹੋਈਆਂ ਹੈਗੀਆਂ ਔਰ ਗਰੀਬ ਇਹਦੇ ਵਿੱਚੋਂ ਘਾਟਾ ਖਾ ਰਿਹਾ। ਇਹ ਜਿਹੜਾ ਚੋਣ ਹੈ, ਇਹ ਚੋਣ ਸੰਗਤ 'ਚ ਹੋਣਾ ਚਾਹੀਦਾ ਹੈ। ਇਹ ਕੌਣ ਹੈਗੇ ਆ ਆਪਣੇ ਪ੍ਰਧਾਨ ਬਣਾਉਣ ਵਾਲੇ? ਇਹ ਤਾਂ ਜਦ ਗੁਰੂ ਸਾਹਿਬ ਵੀ ਸੰਗਤ ਨੂੰ ਮੰਨਦੇ ਸੀਗੇ। ਇਹਨਾਂ ਨੂੰ ਸੰਗਤ ਕੋਲੇ ਜਾਣਾ ਚਾਹੀਦਾ ਹੈ। ਜੇ ਇਹਨਾਂ 'ਚ ਸ਼ਰਮ ਹੁੰਦੀ ਅੱਜ, ਇਹ ਸਾਰੇ ਰਿਜ਼ਾਈਨ ਕਰਕੇ ਹੋਮ ਮਿਨਿਸਟਰੀ ਨੂੰ ਕਹਿੰਦੇ ਕਿ ਅਸੀਂ ਰਿਜ਼ਾਈਨ ਪਾਉਂਦੇ ਹਾਂ, ਸਾਡੇ ਜਮਹੂਰੀਅਤ ਹੱਕ ਬਹਾਲ ਕਰੋ, ਸਾਡੇ ਚੋਣ ਕਰੋ। ਇਹ ਅੱਜ ਉਰੇ ਕਰਨਾ ਚਾਹੀਦਾ ਹੈ, ਪਰ ਇਹ ਸਾਰੇ ਇਕੱਠੇ ਹੋ ਕੇ ਗੁਰੂ ਦੀ ਗੋਲਕ ਖਾਣ ਵਾਸਤੇ ਉਰੇ ਆਪਣੇ ਵਿੱਚ ਆਪਣੇ ਚੋਣ ਕਰਾਉਣ ਤੇ ਬੈਠੇ ਹੋਏ ਆ। ਇਹ ਸਾਡੀ ਤਰਾਸ ਦੀ ਹਾਲਤ ਹੋਈ ਹੈ। ਸਿਮਰਜੀਤ ਸਿੰਘ ਮਾਨ ਦੇ ਬੇਟੇ ਹਰ ਸਾਲ ਜਿਹੜੀ ਹੈ ਪ੍ਰੈਜ਼ੀਡੈਂਟ ਮੈਂਬਰ ਕਰ ਲੈਂਦੇ ਮਾਨ ਜੀ, ਕਿਵੇਂ ਦੇਖ? ਮੈਂ ਇੱਥੇ ਬੋਲ ਰਿਹਾ ਜੀ, ਮੈਂ ਜਰਾ ਇਹਨਾਂ ਦਾ ਸਵਾਲ ਕਰ ਰਿਹਾ। ਕਰੋ ਹਾਂਜੀ। ਕੀ ਕਾਰਨ ਹੈਗਾ ਕਿ ਹਰ ਸਾਲ ਪ੍ਰੈਜ਼ੀਡੈਂਟ ਦੀ ਜਿਹੜੀ ਹੈ ਚੋਣ ਜਿਹੜੀ ਆ ਉਹ ਹੋ ਜਾਂਦੀ ਆ, ਲੇਕਿਨ 11 ਸਾਲ ਤੋਂ ਮੈਂਬਰਾਂ ਦੀ ਜਿਹੜੀ ਚੋਣ ਹੈ ਐਗਜ਼ੈਕਟਿਵ ਭੰਗ ਨਹੀਂ ਹੁੰਦੀ? 5 ਸਾਲ ਬਾਅਦ ਸੈਂਟਰ ਨੇ ਇਹਦੀ ਚੋਣ ਕਰਾਉਣੀ ਹੁੰਦੀ, ਕਿਉਂ ਨਹੀਂ ਕਰਾਉਂਦੇ? ਸਿੱਖ ਗੁਰਦੁਆਰਾ ਐਕਟ ਸਪਸ਼ਟ ਕਹਿੰਦਾ ਹੈ ਕਿ ਮੈਂਬਰ ਦੀ ਟਰਮ 5 ਸਾਲ ਹੈ। ਇਹ ਜਿਹੜਾ ਹੋਮ ਮਿਨਿਸਟਰੀ ਹੈ, ਸੈਂਟਰ ਦੀ ਸਰਕਾਰ ਹੈ, ਇਹ ਬਾਰ-ਬਾਰ ਸਿੱਖਾਂ ਨੂੰ ਗੁੰਮਰਾਹ ਕਰਕੇ, ਧੋਖਾ ਕਰਕੇ ਸਾਡੇ ਚੋਣ ਨਹੀਂ ਹੋਣ ਦੇ ਰਹੀ ਹੈਗੀ। ਇਸ ਸੈਂਟਰ ਦੀ ਮਿਨਿਸਟਰੀ ਨੇ ਸਿੱਖਾਂ ਦੀ ਆਵਾਜ਼ ਸੁਣਨ ਤੋਂ ਬੋਲੀ ਹੋਈ ਹੈ, ਚਾਹੁੰਦੀ ਨਹੀਂ ਕਿ ਸਿੱਖ ਆਪਣੇ ਗੁਰੂ ਘਰਾਂ ਦੇ ਵਿੱਚ
ਆਪਦੀ ਸਫਾਈ ਕਰ ਲੈਣ। ਇਹ ਚਾਹੁੰਦੇ ਆ ਕਿ ਅਸੀਂ ਧਰਨੇ ਲਾਈਏ, ਮੁਜ਼ਾਹਰੇ ਲਾਈਏ, ਗੋਲੀਆਂ ਦਾ ਸ਼ਿਕਾਰ ਜਿਵੇਂ ਬਰਗਾੜੀ ਦੇ ਵਿੱਚ ਹੋਇਆ ਉੱਦਾਂ ਅਸੀਂ ਹੋਈਏ। ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਮਰਵਾਉਣਾ ਹੈ, ਸਾਡੇ ਉੱਤੇ ਇਹਨਾਂ ਨੇ ਫਾਇਰਿੰਗ ਕਰਾਉਣੀ ਹੈਗੀ ਹੈ। ਪਰ ਇਹ ਜਿਹੜਾ ਮਾਡਰਨ ਤਰੀਕਾ ਹੈ, ਜਮਹੂਰੀਅਤ ਤਰੀਕਾ ਹੈ, ਚੋਣ ਦਾ ਤਰੀਕਾ ਹੈ, ਉਹ ਸਿੱਖਾਂ ਦੇ ਵਿੱਚ ਬਸਣ ਹੀ ਨਹੀਂ ਦਿੰਦੇ। ਦੇਖੋ 1947 ਤੋਂ ਜਿਹੜੀ 1925 'ਚ ਸੰਸਥਾ ਬਣੀ ਹੈ, ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਇਆ ਹੈ। ਔਰ ਜਿੱਥੇ ਪਾਰਲੀਮੈਂਟ ਹੈ ਉਹ ਇਸ ਤੋਂ ਬਾਅਦ ਸ਼ੁਰੂ ਹੋਈ ਹੈ, ਉਹਦੇ 17 ਵਾਰੀ ਚੋਣ ਹੋ ਚੁੱਕੇ ਹੈ। ਇਹਦਾ ਮਤਲਬ ਕੀ ਹੈ ਕਿ ਇਹ ਸਰਕਾਰ ਤੇ ਭਾਰਤ ਸਾਡੀ ਜਮਹੂਰੀਅਤ ਭੰਗ ਕਰਕੇ ਸਿੱਖਾਂ ਨੂੰ ਗੁਲਾਮ ਬਣਾ ਕੇ ਆਪਣੀ ਏ ਤੇ ਬੀ ਟੀਮ ਦੇ ਵਿੱਚ ਬਨੌਟੀ ਚੋਣ ਕਰਾ ਕੇ ਇਹਨਾਂ ਨੇ ਸਾਨੂੰ ਅੱਖਾਂ 'ਚ ਧੂੜ ਪਾ ਕੇ ਦਿਖਾਣਾ ਹੈ ਕਿ ਅਸੀਂ ਉਰੇ ਚੋਣ ਕਰਾ ਰਹੇ ਹਾਂ। ਪਰ ਇਹ ਤਾਂ ਕੋਈ ਚੋਣ ਹੀ ਨਹੀਂ। ਜੇ ਚੋਰਾਂ ਦੇ ਵਿੱਚ ਦੋ ਧਿਰ ਬਣ ਜਾਣ ਤੇ ਇੱਕ ਕਹੇ ਮੈਂ ਪ੍ਰਧਾਨ ਤੇ ਦੂਜਾ ਕਹੇ ਮੈਂ ਪ੍ਰਧਾਨ, ਇਹ ਕੀ ਚੋਣ ਹੋਈ? ਸੰਗਤ 'ਚ ਆਓ, ਸੰਗਤ 'ਚ ਸਪਸ਼ਟੀਕਰਨ ਦਿਓ ਕਿ 328 ਸਰੂਪ ਤੁਹਾਡੇ ਕਿੱਥੇ ਗਏ, ਉਹਦੇ ਉੱਤੇ ਕਿਹੜੇ ਕੇਸ ਪਾਏ ਹੈ, ਕਿੱਥੇ ਤੁਸੀਂ ਪੜਤਾਲ ਕੀਤੀ ਹੈ। ਅੱਜ ਉਹ ਮਿਲੇ ਨਹੀਂ ਹੈਗੇ। ਤੇ ਜਦ ਬਰਗਾੜੀ ਦੇ ਵਿੱਚ 2 ਸਰੂਪਾਂ ਦਾ ਹਾਲ ਡੇਰੇ ਵਾਲਿਆਂ ਨੇ ਕੀਤਾ ਸੀਗਾ, ਅੰਗ ਪਾੜ ਕੇ, ਸਾੜ ਕੇ, ਗੰਦੀਆਂ ਨਾਲੀਆਂ 'ਚ ਸੁੱਟ ਕੇ ਸਾਰੇ ਪੰਜਾਬ 'ਚ ਅੱਗ ਲੱਗ ਗਈ। ਅੱਜ 328 ਸਰੂਪ ਗਾਇਬ ਹੈ। ਮੈਨੂੰ ਦੱਸੋ ਕੌਣ ਪੜਤਾਲ ਕਰ ਰਿਹਾ ਹੈ? ਜੇ ਉਹਨਾਂ ਨਾਲ ਗੜਬੜ ਹੋ ਗਈ, ਕੀ ਪੰਜਾਬ ਦੇ ਵਿੱਚ ਅੱਗ ਨਹੀਂ ਲੱਗੂਗੀ? ਕੀ ਪੰਜਾਬ ਦੇ ਵਿੱਚ ਉਰੇ ਕੋਈ ਵਿਘਨ ਨਹੀਂ ਪਾਊਗਾ? ਆ ਪੁਲਿਸ ਸਾਨੂੰ ਰੋਕਣ ਲਈ ਖੜੀ ਹੋਈ ਹੈ। ਮੈਨੂੰ ਕੋਈ ਸਮਝ ਨਹੀਂ ਹੈ ਕਿਉਂ ਰੋਕ ਰਹੀ ਹੈ। ਔਰ ਇਹ ਅੱਜ ਜਾ ਕੇ ਗੁਰੂ ਸਾਹਿਬ ਨੂੰ ਭਾਲੇ, ਦੱਸੇ ਕਿੱਥੇ ਆ ਗੁਰੂ ਸਾਹਿਬ? ਇੱਥੇ ਪੈਸੇ ਲਾ ਕੇ ਇਹਨਾਂ ਨੂੰ ਗੁਰਸਿੱਖਾਂ ਨੂੰ ਆਪਣੇ ਗੁਰੂ ਘਰ ਜਾਣ ਤੋਂ ਰੋਕਿਆ ਹੋਇਆ, ਪਰ ਗੁਰੂ ਸਾਹਿਬ ਕਿੱਥੇ ਆ? ਉਹ ਸਟੇਟ ਨੂੰ ਕੋਈ ਫਿਕਰ ਹੀ ਨਹੀਂ। ਕਿਹੜੀ ਗੰਦੇ ਕਮਰੇ 'ਚ ਪਏ ਆ, ਕਿਸ ਹਾਲਾਤ 'ਚ ਪਏ ਆ, ਇਹਨਾਂ ਨੇ ਕੋਈ ਪੜਤਾਲ ਨਹੀਂ ਕਰਨੀ ਹੈਗੀ। ਤੁਸੀਂ ਕਹਿੰਦੇ ਹੋ ਬੀਜੇਪੀ ਤੇ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆਪਸ 'ਚ ਰਲੇ ਆ, ਲੇਕਿਨ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇਲਜ਼ਾਮ ਹੈਗਾ ਕਿ ਨਾਮ ਦੀ ਜਿਹੜੀ ਬੀਜੇਪੀ ਆ ਉਹ ਮੈਂਬਰਾਂ ਨੂੰ ਖਰੀਦ ਰਹੀ ਆ। ਕੱਲ੍ਹ ਦੀਆਂ ਖਬਰਾਂ 'ਚ ਜਿਹੜਾ ਆਇਆ ਉਹਨਾਂ ਦਾ ਦੋਸ਼ ਲੱਗਾ ਵੀ ਉਹਦੀ ਰਿਕਾਰਡਿੰਗ ਹੈਗੀ ਆ, ਉਹਨਾਂ ਦੇ ਪ੍ਰੂਫ ਹੈਗੇ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਜਥੇਦਾਰ ਸਾਹਿਬ, ਸਭ ਨੂੰ ਪਤਾ ਹੈ ਇਹ ਦੋਨੋਂ ਇੱਕੋ ਸੀਗੇ। ਇੱਕੋ ਹੋ ਕੇ ਬੀਜੇਪੀ ਦੇ ਘਰ 'ਚ ਇਹਨਾਂ ਨੇ ਸਿੱਖਾਂ ਨੂੰ ਲੈ ਕੇ ਗਏ ਸੀ। ਆਰਐਸਐਸ ਦੇ ਹਵਾਲੇ ਦੋਨੋਂ ਨੇ ਇਕੱਠੇ ਕੀਤਾ ਸੀ। ਬਾਦਲ ਸਾਹਿਬ, ਢੀਂਡਸਾ ਸਾਹਿਬ, ਬੀਬੀ ਜਗੀਰ ਕੌਰ ਸਾਰੇ ਮੱਥਾ ਟੇਕ ਕੇ ਆਏ ਹੈਗੇ ਆ ਨਾਗਪੁਰ। ਸਾਰਿਆਂ ਨੇ ਮੋਦੀ ਦੀ ਚਾਪਲੂਸੀ ਕੀਤੀ ਹੈਗੀ ਹੈ। ਅੱਜ ਬੀਜੇਪੀ ਨੂੰ ਐਂ ਦਿਖਦਾ ਕਿ ਜਿੱਥੇ ਇੱਕ ਹੋ ਕੇ ਆਉਂਦੇ ਸੀਗੇ, ਇਹਨਾਂ ਦੇ 2 ਪਾੜ ਕਰਕੇ ਇਹਨਾਂ ਦੇ ਵਿੱਚ ਫਰਕ ਪਾ ਦਈਏ। ਜਿਵੇਂ ਹਰਿਆਣੇ ਦੇ ਵਿੱਚ ਇਹਨਾਂ ਨੇ ਸਾਡੀ ਕਮੇਟੀ ਭੰਗ ਕਰਕੇ 2 ਪਾੜ ਕੀਤੀ ਹੈ, ਉੱਥੇ ਵੀ ਬੀਜੇਪੀ ਹਾਵੀ ਹੋਈ ਹੈ। ਬੀਜੇਪੀ ਉਹ ਸਟੇਜਾਂ ਤੇ ਚੜ੍ਹਦੀ ਹੈ। ਇੱਥੇ ਦੋਨਾਂ ਧਿਰਾਂ ਦੇ ਵਿੱਚ ਇਹਨਾਂ ਨੇ ਪਾੜ ਪਾ ਕੇ ਹੁਣ ਦੋਨਾਂ ਨੂੰ ਆਪਣੇ ਚਰਨਾਂ 'ਚ ਫੇਰ ਦੇਖੋ ਜਾ ਕੇ ਮੱਥੇ ਟੇਕਣਗੇ। ਕਿਹੜਾ ਕਹਿੰਦਾ ਕਿ ਸੁਖਬੀਰ ਬਾਦਲ ਬੀਜੇਪੀ ਤੋਂ ਦੂਰ ਹੈ? ਆ ਪਿਛਲੇ ਚੋਣ ਦੇ ਵਿੱਚ ਸ਼ਿਵ ਸੈਨਾ ਦੇ ਨਾਲ ਤਾਂ ਇਹਨਾਂ ਦੀ ਅਲਾਇੰਸ ਸੀਗੀ। ਉਹ ਸ਼ਿਵ ਸੈਨਾ, ਬੀਜੇਪੀ, ਆਰਐਸਐਸ ਇੱਕੋ ਚੀਜ਼ ਹੈ। ਕਦੀ ਵਿੱਚ ਆਪਸ 'ਚ ਫਰਕ ਪੈ ਜਾਂਦੇ ਆ, ਪਰ ਇਹ ਸੁਖਬੀਰ ਬਾਦਲ ਦੇ ਮੂੰਹ ਤੋਂ ਲਫ਼ਜ਼ ਹੈ ਕਿ ਅਸੀਂ ਤਾਂ ਇੱਕ ਪਰਿਵਾਰ ਹੈ। ਪਰਿਵਾਰ ਇਹ ਕਹਿ ਚੁੱਕਿਆ ਹੈਗਾ। ਪਰਿਵਾਰ 'ਚ ਜੇ ਮਾੜੀ ਮੋਟੀ ਲੜਾਈ ਹੈ, ਇੱਕ ਧਿਰ ਨੂੰ ਛੋਟਾ ਕਰਨਾ, ਦੂਈ ਨੂੰ ਵੱਡਾ ਕਰਨਾ, ਵੰਡ ਪਾ ਕੇ ਆਪਣਾ ਫਾਇਦਾ ਲੈਣਾ, ਇਹ ਬੀਜੇਪੀ ਦੀਆਂ ਗੇਮਾਂ ਚਲੀ ਜਾਂਦੀਆਂ। ਪਰ ਨੁਕਸਾਨ ਸਿੱਖ ਕੌਮ ਦਾ ਹੋ ਰਿਹਾ ਹੈ, ਜਮਹੂਰੀਅਤ ਦਾ ਕਾਂਡ ਹੋ ਰਿਹਾ ਹੈ, ਸਾਡੇ ਗੁਰੂ ਘਰਾਂ ਦਾ ਕਾਂਡ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਨੂੰ ਮਿਲ ਨਹੀਂ ਰਹੇ। ਇਹ ਸਾਰੇ ਹਾਲਾਤ ਸਾਡੇ ਬਣੇ ਹੋਏ ਆ। ਪਰ ਅੱਜ ਉਹਨਾਂ ਨੇ ਕਹਿਤਾ ਕਿ ਐਸਜੀਪੀਸੀ ਮੈਂਬਰਸ ਨੂੰ ਦੁਬਾਰਾ ਆਪਰੇਸ਼ਨ ਲੋਟਸ ਜਿਹੜਾ ਵਾ ਐਸਜੀਪੀਸੀ ਲਈ ਕੀਤਾ ਜਾ ਰਿਹਾ। ਫੋਨ ਆ ਰਹੇ ਨੇ ਔਰ ਐਸਜੀਪੀਸੀ ਦੇ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਭਾਜੀ ਤੁਸੀਂ ਸੁੱਤੇ ਹੋਏ ਹੋ। ਆਪਰੇਸ਼ਨ ਲੋਟਸ ਪਿਛਲੇ 15-20 ਸਾਲਾਂ ਤੋਂ ਚੱਲ ਰਿਹਾ ਹੈ। ਸੁਖਬੀਰ ਵੀ ਲੋਟਸ ਦਾ ਹੈਗਾ, ਬੀਬੀ ਜਗੀਰ ਕੌਰ ਵੀ ਲੋਟਸ ਦੀ ਹੈਗੀ, ਔਰ ਸਾਰੇ ਹੀ ਆਰਐਸਐਸ ਬੀਜੇਪੀ ਦੇ ਫੁੱਲ ਦੇ ਉੱਤੇ ਚੜੇ ਹੋਏ ਆ। ਤੁਸੀਂ ਜੇ ਆਪਣੀਆਂ ਅੱਖਾਂ ਮੀਚਣੀਆਂ ਕਿ ਇਹਨਾਂ 'ਚ ਫਰਕ ਹੈ, ਤੁਸੀਂ ਸੋਚ ਲਓ। ਪਰ ਸਾਡੀਆਂ ਅੱਖਾਂ ਖੁੱਲੀਆਂ, ਸਾਨੂੰ ਪਤਾ ਇਹ ਦੋਨੋਂ ਉਹ ਸੀ ਬੀਜੇਪੀ ਆਰਐਸਐਸ ਦੇ ਹਿੱਸੇ ਹੈਗੇ ਆ। ਇਹਨਾਂ 'ਚ ਕੋਈ ਫਰਕ ਨਹੀਂ ਹੈ। ਬੀਬੀ ਜਗੀਰ ਕੌਰ ਬੇਸ਼ੱਕ ਚਾਰ ਹੁਣ ਕਲੀਅਰ ਕੀਤਾ ਅਕਾਲੀ ਦਲ ਨੇ, ਬੀਬੀ ਜਗੀਰ ਕੌਰ ਨੇ ਕਲੀਅਰ ਕੀਤਾ ਵੀ ਲਿਫਾਫੇ ਤੋਂ ਪ੍ਰਧਾਨ ਨਿਕਲਦਾ। ਪਹਿਲਾਂ ਸਿਰਫ ਆਵਾਮ ਪਬਲਿਕ ਲੋਕ ਹੀ ਕਹਿੰਦੇ ਸੀ। ਬੇਸ਼ੱਕ 4 ਵਾਰੀ ਲਿਫਾਫੇ ਦੀ ਪ੍ਰਧਾਨ ਬਣੀ, ਲੇਕਿਨ ਹੁਣ ਉਹ ਲਿਫਾਫਾ ਸਿਸਟਮ ਜਿਹੜਾ ਉਹ ਖਤਮ ਕਰਨਾ ਚਾਹੁੰਦੇ ਨੇ। ਉਹਦੇ ਪਿੱਛੇ ਉਹਦਾ ਕੀ ਮਕਸਦ ਹੈਗਾ?
ਇਹਨਾਂ ਦੀ ਆਪਸ 'ਚ ਘਰ 'ਚ ਲੜਾਈ ਹੈ, ਜਿਹਦਾ ਫਾਇਦਾ ਬੀਜੇਪੀ ਆਰਐਸਐਸ ਲੈ ਰਹੀ ਹੈ। ਇਹ ਘਰ ਦੀ ਲੜਾਈ 'ਚ ਇਹਨਾਂ ਦੇ ਖੁਲਾਮੇ ਤੇ ਇਲਜ਼ਾਮ ਸਾਹਮਣੇ ਆ ਰਹੇ ਹੈ, ਪਰ ਸਾਡੀ ਪਾਰਟੀ ਨੇ ਇੱਕ ਪੂਰਾ ਸਾਲ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਤੂੰ 328 ਸਰੂਪਾਂ ਦੀ ਪੜਤਾਲ ਕਰ। ਉਦੋਂ ਬਿਲਕੁਲ ਮੂੰਹ ਬੰਦ ਕਰਕੇ ਸਜਾ ਕੇ ਮੂੰਹ ਬੈਠੀ ਰਹੀ। ਅਸੀਂ ਕਿਹਾ ਕਿ ਜਿਹੜਾ ਸਤਿੰਦਰਪਾਲ ਕੋਹਲੀ ਸੁਖਬੀਰ ਬਾਦਲ ਦਾ ਸੀਏ ਹੈ, ਉਹਨੂੰ ਜਿਹੜਾ 10 ਕਰੋੜ ਦਿੱਤਾ ਹੈ ਉਹਦਾ ਲੇਖਾ ਜੋਖਾ ਲੈ। ਇਹਨਾਂ ਨੇ ਮਤਾ ਵੀ ਪਾਇਆ ਹੋਇਆ ਕਿ ਉਸ ਤੋਂ ਪੈਸੇ ਵਾਪਸ ਲੈਣੇ ਹੈ। ਇਹਨੇ ਵਾਅਦਾ ਕੀਤਾ ਕਿ ਮੈਂ ਕੇਸ ਪਾਉਂਗੀ ਉਹਦੇ ਬਰਖਲਾਫ, ਉਹ ਵੀ ਨਹੀਂ ਇਹਨੇ ਕੀਤਾ ਹੈਗਾ। ਕਹਿੰਦੀ ਹੈ ਕਿ ਅੱਜ ਮੈਂ ਸਾਰਿਆਂ ਨੂੰ ਦਿਖਾਣਾ ਚਾਹੁੰਦੀ ਹਾਂ, ਤੇ ਉਦੋਂ ਤਾਂ ਫੇਰ ਤੂੰ ਚੁੱਪ ਕਰਕੇ ਬੈਠੀ ਸੀ। ਸਾਨੂੰ ਕੋਈ ਭਰੋਸਾ ਨਹੀਂ ਬੀਬੀ ਤੇ, ਸਾਨੂੰ ਕੋਈ ਭਰੋਸਾ ਨਹੀਂ ਸੁਖਬੀਰ ਤੇ। ਇੱਕੋ ਗੱਲ ਸਾਨੂੰ ਪਤਾ ਹੈ, ਇਹ ਦੋਨੋਂ ਬੀਜੇਪੀ ਦੇ ਹੈਗੇ ਆ ਤੇ ਰਹਿਣਗੇ, ਤੇ ਗੁਰੂ ਘਰ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਉਣਾ ਹੈ। ਇੱਥੇ ਤੁਸੀਂ ਅੱਗੇ ਜਾ ਰਹੇ ਹੋ ਕਿ ਜਾਂ ਨਹੀਂ, ਸਾਡਾ ਇਹਨਾਂ ਦਾ ਡਿਸਰਪਟ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ। ਅਸੀਂ ਅੱਜ ਉਰੇ ਸਿੱਖ ਸੰਗਤ ਨੂੰ ਸੁਚੇਤ ਕਰਨ ਆਏ ਹਾਂ ਕਿ ਹੁਣ ਜਦ ਆਪਣੇ ਗੁਰੂ ਘਰ ਦੇ ਪ੍ਰੋਗਰਾਮ ਸ਼ੁਰੂ ਹੋਣਗੇ, ਜਦ ਸਾਡੇ ਜੋੜ ਮੇਲ ਹੋਣਗੇ, ਜਦ ਅਸੀਂ ਭੱਠਾ ਸਾਹਿਬ ਤੋਂ ਲੈ ਕੇ ਮੋਰਿੰਡੇ ਤੋਂ ਲੈ ਕੇ ਚਮਕੌਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਮੁਕਤਸਰ ਸਾਹਿਬ ਜਾਵਾਂਗੇ, ਇਹਦੇ ਵਿੱਚ ਆਪਾਂ ਨੇ ਖਾਲਸਾ ਫਲੈਗ ਮਾਰਚ ਕੱਢਣੇ ਆ। 26 ਜਨਵਰੀ ਨੂੰ ਅਸੀਂ ਇਸ ਦੇਸ਼ ਦੇ ਜਿਹੜੇ ਸਾਡੀ ਜਮਹੂਰੀਅਤ ਖਤਮ ਕੀਤੀ ਹੈ, 26 ਜਨਵਰੀ ਨੂੰ ਸਾਰਿਆਂ ਸਿੱਖਾਂ ਨੂੰ ਖਾਲਸਾ ਫਲੈਗ ਮਾਰਚ ਕੱਢਣਾ ਚਾਹੀਦਾ ਹੈ ਆਪਣੀ ਜਮਹੂਰੀਅਤ ਬਹਾਲ ਕਰਨ ਵਾਸਤੇ, ਔਰ ਇਸ ਦੇਸ਼ ਦੀ ਜਿਹੜੀ ਮਾੜੀ ਨੀਅਤ ਹੈ ਉਸ ਤੋਂ ਆਜ਼ਾਦੀ ਲੈਣ ਵਾਸਤੇ। ਜਿਹੜਾ ਇਹਨਾਂ ਨੇ ਸਾਡੇ ਖਾਲਸਾਈ ਫੌਜ, ਜਿਹੜੀ ਸਾਡੀ ਆਰਮੀ ਦੇ ਰੈਜੀਮੈਂਟ ਹੈ, ਉਹਨਾਂ ਦੇ ਉੱਤੇ ਇਹਨਾਂ ਨੇ ਖਤਮ ਕਰਨ ਦਾ ਲਾਇਆ ਹੈ। ਸਾਨੂੰ ਅਗਨੀ ਪੀਠ ਦੇ ਵਿੱਚ ਭਰਤੀ ਕਰਨ ਦਾ ਇਹਨਾਂ ਨੇ ਹੁਕਮ ਕੀਤਾ ਹੈ। ਸਾਡੇ ਖਾਲਸਾ ਰੈਜੀਮੈਂਟ ਖਤਮ ਕਰਨ ਨੂੰ ਇਹਨਾਂ ਨੇ ਬਿਆਨ ਕੀਤਾ ਹੈ, ਤੇ ਅਸੀਂ ਜਿਹੜੇ ਅਕਾਲ ਦੇ ਪੁਜਾਰੀ ਹੈ ਉਹਨਾਂ ਨੂੰ ਹੁਣ ਅਗਨੀ ਪੁਜਾਰੀ ਬਣਾਉਣ ਤੇ ਇਹ ਤੁਰੇ ਹੋਏ ਹੈ। ਇਹ ਹਿੰਦੂਤਵਾ ਦਾ ਏਜੰਡਾ ਜਿਹੜਾ ਸਾਡੇ ਧਰਮ ਉੱਤੇ ਲਾਗੂ ਕਰ ਰਹੇ ਹੈ, ਸਾਡੇ ਧਰਮ ਨੂੰ ਅੰਦਰ ਲੈ ਰਹੇ ਹੈ, ਇਹਦੇ ਬਰਖਲਾਫ 26 ਜਨਵਰੀ ਨੂੰ ਅਸੀਂ ਵੀ ਆਪਣੇ ਖਾਲਸੇ ਝੰਡਿਆਂ ਨਾਲ ਸਾਰੇ ਕਿਤੇ ਮਾਰਚ ਕਰੀਏ, ਤਾਂ ਕਿ ਅਸੀਂ ਆਪਣੀ ਜਮਹੂਰੀਅਤ ਬਹਾਲ ਕਰ ਸਕੀਏ। ਔਰ ਅੱਜ ਜਿਹੜਾ ਪ੍ਰੋਟੈਸਟ ਤੁਸੀਂ ਕਰ ਰਹੇ ਹੋ, ਕਿਹਦੇ ਵੱਲੋਂ ਕਰ ਰਹੇ ਹੋ ਤੇ ਕਿਉਂ ਕਰ ਰਹੇ ਹੋ? ਜਿਹੜਾ ਅਸੀਂ 26 ਜਨਵਰੀ ਨੂੰ ਕਰਨਾ ਹੈ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਵੀ ਇਹ ਬੇਨਤੀ ਉਰੇ ਆ ਕੇ ਸਿੱਖਾਂ ਨੂੰ ਕਰ ਰਹੀ ਹੈ, ਆਪਣੀ ਜਮਹੂਰੀਅਤ ਬਹਾਲ ਕਰੋ, ਆਜ਼ਾਦ ਹੋ। ਔਰ ਇਹ ਜਿਹੜੀ ਸੈਂਟਰ ਦੀ ਸਰਕਾਰ ਹੈ, ਹੋਮ ਮਿਨਿਸਟਰੀ ਹੈ, ਜਿਨੇ ਸਾਡੇ ਚੋਣ ਰੋਲ ਤੇ ਸਾਡੇ ਚੋਣ ਨਹੀਂ ਹੋਣ ਦਿੰਦੀ, ਇਹਦੇ ਸਾਹਮਣੇ ਆਪਾਂ 26 ਜਨਵਰੀ ਨੂੰ ਅੱਜ ਜਿਹੜੇ ਸਾਡੇ ਜੋੜ ਮੇਲ ਹੋਣੇ ਹੈ, ਖਾਲਸੇ ਮਾਰਚ ਕਰ ਕਰਕੇ ਇਹਨਾਂ ਨੂੰ ਦਸੀਏ ਕਿ ਅੱਜ ਵੀ ਗੁਰੂ ਕੇ ਲਾਲ ਆਪਣੇ ਇਤਿਹਾਸ ਨੂੰ, ਆਪਣੇ ਸਿੰਘ ਸਭਾ ਦੇ ਆਜ਼ਾਦ ਕੀਤੇ ਗੁਰਦੁਆਰਿਆਂ ਨੂੰ ਸਾਰਿਆਂ ਨੂੰ ਸਿਆਣਦੇ ਆ ਤੇ ਚਾਹੁੰਦੇ ਆ ਗੁਰੂ ਘਰ ਮੁੜ ਕੇ ਆਪਣੇ ਸਿੱਖ ਸੰਗਤ ਦੇ ਹੱਥ 'ਚ ਆਣ। ਜਿਸ ਸੰਗਤ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਸੀ, ਸੰਗਤ 21 ਵਿਸਵੇ, ਗੁਰੂ 20 ਵਿਸਵੇ, ਸਾਡਾ ਫਰਜ਼ ਬਣਦਾ ਅੱਜ ਆਪਾਂ ਆਪਣੇ ਗੁਰੂ ਘਰਾਂ ਦਾ ਸੰਭਾਲ ਉਹ ਜਮਹੂਰੀਅਤ ਪਸੰਦ ਤਰੀਕੇ ਨਾਲ ਵਾਪਸ ਲਈਏ। ਆਪਾਂ ਹੋਮ ਮਿਨਿਸਟਰੀ ਸੈਂਟਰ ਦੀ ਸਰਕਾਰ ਨੂੰ ਕਦੀ ਵੀ ਸਾਡੇ ਚੋਣ ਰੱਖਣ ਦਾ ਹੱਕ ਨਾ ਦਈਏ, ਆਪਣੀ ਖੁਦ ਦੀ ਇਲੈਕਸ਼ਨ ਕਮਿਸ਼ਨ ਖੜੀ ਕਰੀਏ, ਆਪਣੇ ਚੋਣ ਟਾਈਮ ਸਿਰੇ ਕੀਤੇ ਜਾਣ, ਚੁਣੇ ਹੋਏ ਨੁਮਾਇੰਦਿਆਂ ਰਾਹੀਂ ਬਾਰ-ਬਾਰ ਫੈਸਲੇ ਲਿੱਤੇ ਜਾਣ। ਇਹ ਜਿਹੜੇ ਮਰੀ ਹੋਈ ਜ਼ਮੀਰ ਵਾਲੇ 11-11 ਸਾਲ ਚੋਣ ਨਹੀਂ ਕਰਾਏ, ਅੱਜ ਆਪਸ ਦੇ ਵਿੱਚ ਦੋ ਤਿਣਾ ਬਣਾ ਕੇ ਇੱਥੇ ਚੋਣ ਦੀ ਧੂੜ ਸਾਡੇ ਅੱਖਾਂ 'ਚ ਪਾ ਰਹੇ ਹੈ ਕਿ ਅਸੀਂ ਚੋਣ ਕਰਾਇਆ। ਕੋਈ ਚੋਣ ਨਹੀਂ ਹੈ, ਇਹ ਸਿਰਫ ਚੋਰਾਂ ਨੇ ਇਕੱਠੇ ਹੋ ਕੇ ਵੰਡ ਪਾਣ ਦਾ ਫੈਸਲਾ ਲਿੱਤਾ ਹੈ, ਇੱਥੇ ਕੋਈ ਚੋਣ ਨਹੀਂ ਹੋਇਆ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਆ ਉਹ ਅੰਦਰ ਹੋਣ ਜਾ ਰਹੀ ਆ। ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥਾ ਸਰਲੱਥ ਖਾਲਸਾ ਦੇ ਵੱਲੋਂ ਬਾਹਰਲੇ ਪਾਸੇ ਜਿਹੜਾ ਵਿਰੋਧ ਆ ਉਹ ਜਤਾਇਆ ਜਾ ਰਿਹਾ ਆ, ਕਿਉਂਕਿ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਆ ਉਹ ਨਹੀਂ ਕਰਵਾਈਆਂ ਜਾ ਰਹੀਆਂ। 2011 ਦੇ ਵਿੱਚ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਸੀ ਉਹ ਹੋਈਆਂ ਸੀ। 5 ਸਾਲਾਂ ਬਾਅਦ 2016 ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਆ ਉਹ ਹੋਣੀ ਚਾਹੀਦੀ ਸੀ, ਲੇਕਿਨ 2016 ਤੋਂ ਹੁਣ 2022 ਜਿਹੜਾ ਆ ਉਹ ਆ ਚੁੱਕਾ ਹੋਇਆ। ਤਕਰੀਬਨ 10, 11, 12 ਸਾਲ ਦਾ ਜਿਹੜਾ ਸਮਾਂ ਆ ਉਹ ਹੋ ਚੁੱਕਾ ਹੋਇਆ ਆ। ਪਰ ਹੁਣ ਬਾਦਲਕਿਆਂ ਨੇ ਧੱਕੇ ਦੇ ਨਾਲ ਸਾਡੇ ਗੁਰਧਾਮਾਂ ਦੇ ਉੱਤੇ ਜਿਹੜਾ ਕਬਜ਼ਾ ਆ ਉਹ ਕੀਤਾ ਹੋਇਆ ਆ। ਕੇਂਦਰ ਸਰਕਾਰ ਵੀ ਜਿਹੜਾ ਜਮਹੂਰੀਅਤ ਆ ਉਹਨੂੰ ਬਹਾਲ ਜਿਹੜਾ ਆ ਉਹ ਨਹੀਂ ਕਰ ਰਹੀ ਧੱਕੇ ਦੇ ਨਾਲ। ਹੁਣ ਪਹਿਲਾਂ ਲੰਬਾ ਸਮਾਂ ਬਾਦਲਕਿਆਂ ਦਾ ਸਾਡੇ ਗੁਰਧਾਮਾਂ ਤੇ ਕਬਜ਼ਾ ਕਰਵਾਈ ਰੱਖਿਆ, ਅਤੇ ਹੁਣ ਆਰਐਸਐਸ ਦਾ, ਭਾਜਪਾ ਦਾ ਸਿੱਧੇ ਰੂਪ ਦੇ ਵਿੱਚ ਜਿਹੜਾ ਇੱਥੇ ਕਬਜ਼ਾ ਆ ਉਹ ਕਰਵਾਉਣਾ ਚਾਹੁੰਦੇ
ਚਾਹੁੰਦੇ ਆ। ਸੋ ਸਿੱਖ ਜਥੇਬੰਦੀਆਂ ਵੱਲੋਂ ਲੰਬੇ ਸਮੇਂ ਤੋਂ ਜਿਹੜਾ ਵਿਰੋਧ ਆ ਉਹ ਇਹਦਾ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਲੈਕਸ਼ਨ ਆ ਉਹ ਕਰਵਾਈ ਜਾਵੇ, ਤਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਸਿੱਖ ਸੰਗਤਾਂ, ਪੰਜਾਬ ਵਿੱਚ ਵੱਸਦੀਆਂ ਸਿੱਖ ਸੰਗਤਾਂ, ਪਿੰਡਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਆਪਣੇ ਜਿਹੜੇ ਨੁਮਾਇੰਦੇ ਆ ਉਹ ਆਪ ਚੁਣਨ, ਤਾਂ ਜੋ ਸਾਡੇ ਗੁਰਧਾਮਾਂ ਦਾ ਜਿਹੜਾ ਪ੍ਰਬੰਧ ਆ ਉਹਨੂੰ ਠੀਕ ਤਰੀਕੇ ਦੇ ਨਾਲ ਜਿਹੜਾ ਆ ਉਹ ਚਲਾਇਆ ਜਾ ਸਕੇ। ਪਿਛਲੇ ਲੰਬੇ ਸਮੇਂ ਤੋਂ ਬਾਦਲ ਕੇ ਸਾਡੇ ਗੁਰਧਾਮਾਂ ਦੀ ਜਿਹੜੀ ਦੁਰਵਰਤੋਂ ਆ ਉਹ ਕਰ ਰਹੀ ਆ। ਸਾਡੇ ਜਿਹੜੇ ਤਖਤ ਸਾਹਿਬਾਂ ਦੇ ਪਾਵਨ ਹੁਕਮਨਾਮੇ ਸਾਹਿਬ ਸੀ ਜਿਹੜੇ ਜਾਰੀ ਹੁੰਦੇ ਆ, ਉਹਦੀ ਜਿਹੜੀ ਮਰਿਆਦਾ ਆ, ਪਰੰਪਰਾ ਆ, ਉਹ ਬਾਦਲ ਕਹਿੰਦੇ ਰੋਲ ਕੇ ਰੱਖ ਦਿੱਤੀ। ਸਿਰਸੇ ਵਾਲੇ ਨੂੰ ਜਿਹੜੀ ਮਾਫੀ ਦਿੱਤੀ ਗਈ, ਉਸ ਤੋਂ ਬਾਅਦ ਜੋ ਕੁਝ ਇਹਨਾਂ ਨੇ ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਕੀਤਾ ਉਹਨੂੰ ਲੈ ਕਰਕੇ ਸਿੱਖ ਸੰਗਤਾਂ ਦੇ ਵਿੱਚ ਬੜਾ ਵੱਡਾ ਭਾਰੀ ਜਿਹੜਾ ਰੋਸ ਆ ਅਤੇ ਰੋਹ ਜਿਹੜਾ ਆ ਕੌਰ ਵੱਲੋਂ ਜਿਹੜਾ ਇਸ ਵਾਰ ਵਿਦਰੋਹ ਕੀਤਾ ਗਿਆ, ਆਪਣੇ ਆਪ ਨੂੰ ਪ੍ਰਧਾਨ ਪਹਿਲੀ ਵਾਰੀ ਹੋਇਆ ਐਲਾਨ ਕੀਤਾ ਗਿਆ ਹੋਵੇ, ਨੀਚੇ ਉਹ ਕਹਿੰਦੇ ਲਿਫਾਫੇ 'ਚ ਉਹਨਾਂ ਨੇ ਖੁਦ ਕਿਹਾ ਵੀ ਲਿਫਾਫੇ 'ਚੋਂ ਪ੍ਰਧਾਨ ਨਿਕਲਦਾ ਹੈ ਤੇ ਇਸ ਵਾਰ ਮੈਂ SGPC ਦੀ ਸਫਾਈ ਕਰਨ ਵਾਸਤੇ ਜਿਹੜਾ ਖੁਦ ਪ੍ਰਧਾਨ ਬਣਨਾ ਚਾਹੁੰਦੀ ਹਾਂ। ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕਹਿੰਦੇ ਜੀ ਉਹ BJP ਸਪਾਂਸਰਡ ਹੈ, ਤੁਸੀਂ ਕਹਿੰਦੇ BJP ਸਪਾਂਸਰਡ ਹੈ, BJP ਸਪਾਂਸਰਡ ਹੈ ਕੌਣ? ਦੇਖੋ, ਬੀਬੀ ਜਗੀਰ ਕੌਰ ਉਹ ਖੁਦ 4 ਵਾਰੀ ਲਿਫਾਫੇ ਦੇ ਵਿੱਚੋਂ ਪ੍ਰਧਾਨ ਨਿਕਲ ਚੁੱਕੀ ਹੋਈ ਏ। ਉਹਨੂੰ ਇੰਜ ਲੱਗ ਰਿਹਾ ਕਿ ਇਸ ਵਾਰੀ ਉਹਦਾ ਲਿਫਾਫੇ ਦੇ ਵਿੱਚੋਂ ਜਿਹੜਾ ਨਾਂ ਉਹ ਨਹੀਂ ਨਿਕਲ ਰਿਹਾ, ਸੋ ਇਸ ਕਰਕੇ ਉਹਦਾ ਪ੍ਰਧਾਨਗੀ ਦਾ ਜਿਹੜਾ ਰੌਲਾ ਆ ਉਹ ਹੋ ਸਕਦਾ ਆ, ਪਰ ਗੁਰਧਾਮਾਂ ਦੇ ਪ੍ਰਬੰਧ ਦੇ ਸੁਧਾਰ ਦਾ ਇਹਨਾਂ ਨੂੰ ਕੋਈ ਵੀ ਜਿਹੜਾ ਫਿਕਰ ਆ ਉਹ ਨਹੀਂ ਆ। ਸੋ ਸਾਫ਼ ਦਿਸ ਰਿਹਾ ਆ ਕਿ ਜਿਹੜੀ ਜਗੀਰ ਕੌਰ ਆ ਉਹ ਢੀਂਡਸੇ ਹੋਣਾ ਦੇ RSS ਮੋਦੀ ਦੇ ਹੱਥਾਂ ਦੇ ਵਿੱਚ ਖੇਡ ਰਹੀ ਏ, ਕਿਉਂਕਿ ਲੰਬਾ ਸਮਾਂ ਬਾਦਲ ਕਿਆ ਨੇ ਅਸਿੱਧੇ ਰੂਪ ਦੇ ਵਿੱਚ ਸਾਡੇ ਗੁਰਧਾਮਾਂ ਤੇ RSS ਦਾ ਜਿਹੜਾ ਕਬਜ਼ਾ ਆ ਉਹ ਕਰਵਾਈ ਰੱਖਿਆ, ਪਰ ਹੁਣ RSS ਮੋਦੀ ਹੁਣੇ ਸਿੱਧੇ ਰੂਪ ਦੇ ਵਿੱਚ ਸਾਡੇ ਗੁਰਧਾਮਾਂ ਤੇ ਜਿਹੜਾ ਕਬਜ਼ਾ ਆ ਉਹ ਕਰਨਾ ਚਾਹ ਰਹੇ ਆ। ਕਹਿ ਰਹੇ ਵੀ ਮਤਲਬ ਜਿਹੜਾ BJP ਦੇ ਅੰਡਰ ਨੇ RSS ਤੇ ਬਾਦਲ ਕੇ ਜਿਹੜੇ, ਤੇ ਫਿਰ ਬੀਬੀ ਜਗੀਰ ਕੌਰ BJP ਦੇ ਅੰਡਰ ਹੈ ਕਿ ਬਾਦਲ ਕੇ ਅੰਦਰ? ਦੋਵੇਂ ਦੇਖੋ, ਜਿਹੜੇ ਬਾਦਲ ਕੇ ਆ ਉਹ ਪਹਿਲਾਂ ਲੰਬਾ ਸਮਾਂ ਉਹਨਾਂ ਦੀ ਜਿਹੜੀ BJP ਦੇ ਨਾਲ ਜਿਹੜੀ ਸਾਂਝ ਆ ਉਹ ਰਹੀ। 2020 ਦੇ ਵਿੱਚ ਕਿਸਾਨ ਸੰਘਰਸ਼ ਕਰਕੇ ਇਹਨਾਂ ਦੀ ਜਿਹੜੀ ਸਾਂਝ ਆ ਉਹ ਟੁੱਟੀ ਆ, ਤੇ ਹੁਣ ਜਿਹੜੀ BJP ਆ ਉਹ ਸਿੱਧੇ ਰੂਪ ਦੇ ਵਿੱਚ ਸਾਡੇ ਗੁਰਧਾਮਾਂ ਦੇ ਉੱਤੇ ਜਿਹੜਾ ਕਬਜ਼ਾ ਆ ਕਰਵਾਉਣਾ ਚਾਹੁੰਦੀ, ਪਰ ਇਹਦੇ ਵਿੱਚ ਜਿਹੜੇ ਜ਼ਿੰਮੇਵਾਰ ਆ ਉਹ ਬਾਦਲ ਕੇ ਆ, ਕਿਉਂਕਿ BJP ਨੂੰ RSS ਨੂੰ ਜੇਕਰ ਕਿਸੇ ਨੇ ਸਾਡੇ ਗੁਰਧਾਮਾਂ ਦੇ ਵਿੱਚ ਵਾੜਿਆ ਤਾਂ ਉਹ ਬਾਦਲ ਕਿਆ ਨੇ ਹੀ ਵਾੜਿਆ ਸੀ। ਜਦੋਂ ਸ਼ਤਾਬਦੀਆਂ ਮਨਾਈਆਂ ਗਈਆਂ ਸਨ ਉਦੋਂ BJP ਲੀਡਰਾਂ ਨੂੰ ਸਭ ਤੋਂ ਅੱਗੇ ਜਿਹੜਾ ਬਾਦਲ ਕੇ ਆ ਉਹ ਬਿਠਾਉਂਦੇ ਰਹੇ, ਤੇ ਜੋ ਵੀ ਸਾਡੇ ਗੁਰਧਾਮਾਂ ਦਾ ਜੋ ਇਹਨਾਂ ਨੇ ਘਾਣ ਕੀਤਾ ਆ, ਮਰਿਆਦਾ ਦਾ ਘਾਣ ਕੀਤਾ, ਸਿਧਾਂਤਾਂ ਦਾ ਘਾਣ ਕੀਤਾ ਆ, ਉਹਦੇ ਲਈ ਬਾਦਲ ਕੇ ਜਿਹੜੇ ਆ ਉਹ ਜ਼ਿੰਮੇਵਾਰ ਆ। ਬਾਕੀ ਜਗੀਰ ਕੌਰ ਨੇ ਵੀ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਉਹ ਦੇਰੀ ਲਾ ਦਿੱਤੀ ਆ। ਜਿੰਨੇ ਵੀ ਬਾਦਲ ਕਿਆਂ ਨੇ ਪੰਥ ਅਤੇ ਪੰਜਾਬ ਵਿਰੋਧੀ ਕਾਰੇ ਕੀਤੇ ਆ, ਬੀਬੀ ਜਗੀਰ ਕੌਰ ਦੀ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਆ ਸ਼ਮੂਲੀਅਤ ਰਹੀ ਆ, ਤੇ ਹੁਣ ਇੱਕ ਦੋ ਬਿਆਨ ਦੇ ਕੇ ਇੱਕੋ ਦਮ ਦੁੱਧ ਧੋਤੀ ਨਹੀਂ ਬਣ ਸਕਦੀ। ਸੋ ਖਾਲਸਾ ਪੰਥ ਨੂੰ ਅਜਿਹੇ ਨੁਮਾਇੰਦਿਆਂ ਦੀ ਲੋੜ ਆ ਜਿਹੜੇ ਸੱਚਮੁੱਚ ਹੀ ਗੁਰਧਾਮਾਂ ਦਾ ਜਿਹੜਾ ਪ੍ਰਬੰਧ ਆ ਉਹਨੂੰ ਜਿਹੜਾ ਸੁਧਾਰ ਆ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸਤਾ ਜਥਾ ਸਿਰਲਤ ਖਾਲਸਾ ਭਾਈ ਕੁਲਦੀਪ ਸਿੰਘ। ਕਹਿਣਾ ਚਾਹੋਗੇ ਜਿਹੜਾ ਅੱਜ ਪ੍ਰੋਟੈਸਟ ਹੋ ਰਿਹਾ? ਕਹਿਣਾ ਚਾਹਣਾ ਵਾਹਿਗੁਰੂ ਜੀ ਕੀ ਆ ਕਿ 25 ਸਾਲੀ ਇਲੈਕਸ਼ਨ ਹੁੰਦੀ ਆ, ਤੇ 25 ਸਾਲੀ ਇਲੈਕਸ਼ਨ ਦੀ ਬਜਾਏ 12 ਸਾਲ ਹੋ ਗਏ ਆ। ਇਹ ਬਾਦਲ ਹੋਣੀ ਆਪਣਾ ਹੀ ਬਣਾ ਲੈਂਦੇ ਆ, ਬਾਦਲ ਹੋਣਾ ਨੂੰ ਤੇ ਜਿਹੜੇ ਬਾਦਲ ਦੇ ਮਗਰ ਵੀ ਲੱਗੇ ਆ ਸਭ। ਇਹ ਬਾਦਲ ਲਾਣਾ ਜਿਹੜਾ ਲੋਟੂ ਕਸੋਟੂ ਆ, ਗੁਰੂ ਨਾਲ ਕੋਈ ਪਿਆਰ ਨਹੀਂ ਇਹਨਾਂ ਨੂੰ ਗੁਰੂ ਦੀ ਗੋਲਕ ਨਾਲ ਪਿਆਰ ਆ ਤੇ ਰੁਪਈਏ ਖਾਂਦਾ ਆ। ਤੇ ਇੱਥੇ ਬਹੁਤ ਬੱਜਰ ਕਰੈਤਾ ਹੁੰਦੀਆਂ ਸ਼੍ਰੋਮਣੀ ਕਮੇਟੀ 'ਚ, ਕੋਈ ਵੀ ਨਹੀਂ ਚੰਗਾ ਨਿੱਕੇ ਤੋਂ ਲੈ ਕੇ ਵੱਡੇ ਤੱਕ। ਤੇ ਇਹ ਮਤਲਬ ਬਾਦਲ ਜੋ ਚਾਹੁੰਦਾ ਉਹ ਹੁੰਦਾ ਵਾ, ਤੇ ਜਿਹੜੇ ਬਾਦਲ ਦੇ ਮਗਰ ਵੀ ਲੱਗੇ ਆ ਉਹ ਵੀ ਬਾਦਲ ਵਰਗੇ ਹੀ ਆ, ਮਤਲਬ ਗੁਰੂ ਘਰਾਂ ਨੂੰ ਲੁੱਟਣਾ। ਉਹ ਬੀਬੀ ਜਗੀਰ ਕੌਰ ਨੂੰ ਹੁਣ ਪ੍ਰਧਾਨਗੀ ਨਹੀਂ ਮਿਲੀ। ਵਾਹਿਗੁਰੂ ਤੁਸੀਂ ਵੀ ਤੁਹਾਨੂੰ ਪਤਾ 26 ਸਾਲ ਇਹਨਾਂ ਦੇ ਨਾਲ ਰਹੀ ਆ, 26-28 ਸਾਲ। ਹੁਣ ਜੇ ਉਹਨੂੰ ਪ੍ਰਧਾਨਗੀ ਨਹੀਂ ਮਿਲੀ ਤੇ ਹੁਣ ਉਹ ਬੋਲਣ ਡਿਆ ਵੀ ਆ। ਬਾਕੀ ਗੁਰੂ ਰਾਮਦਾਸ ਬੜਾ ਬੇਅੰਤ, ਬੜੀ ਕਿਰਪਾ ਵਾਰ ਆ। ਇਹਨਾਂ ਨੇ ਹੌਲੀ ਹੌਲੀ ਟੁੱਟਣਾ, ਇਹਨਾਂ ਲੀਰੋ ਲੀਰ ਹੋਣਾ ਬਾਦਲ ਪਾਰਟੀ ਨੇ। ਸ਼੍ਰੋਮਣੀ ਅਕਾਲੀ ਦਲ ਠੀਕ ਆ ਪਾਰਟੀ, ਪੰਥ ਦੀ ਪਾਰਟੀ ਆ, ਪਰ ਇਹ ਬਾਦਲ ਪਾਰਟੀ ਖੇਰੂ ਹੋ ਗਈ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।